ਲੌਂਗੋਵਾਲ ਦੇ ਵਿੱਚ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ ਹੈ। ਪ੍ਰਸ਼ਾਸਨ ਨੇ ਮੰਨੀਆਂ ਤਾਂ ਨੇ ਕਿਸਾਨਾਂ ਦੀਆਂ ਮੰਗਾਂ, ਪਰ ਹੁਣ ਕਿਸਾਨ ਜਿਹੜੇ ਅੜੇ ਹੋਏ ਨੇ ਕਹਿੰਦੇ ਨੇ ਕਿ ਲਿਖਤੀ ਜਵਾਬ ਸਾਨੂੰ ਚਾਹੀਦਾ। ਜੋ ਮੰਗਾਂ ਮੰਨੀਆਂ ਨੇ ਪ੍ਰਸ਼ਾਸਨ ਦੀਆਂ, ਸਾਨੂੰ ਉਸ ਦਾ ਲਿਖਤੀ ਤੌਰ ਤੇ ਜਵਾਬ ਦਿਓ, ਤਾਂ ਕਿ ਕੋਈ ਵੀ ਜਿਹੜੀ ਗੱਲ ਹੈ ਉਹ ਬਾਅਦ ਵਿੱਚ ਜੇਕਰ ਪ੍ਰਸ਼ਾਸਨ ਨਹੀਂ ਮੰਨਦਾ, ਜਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਉਸ ਦਾ ਕੋਈ ਸਬੂਤ ਜ਼ਰੂਰ ਹੋਣਾ ਚਾਹੀਦਾ। ਸੋ ਹੁਣ ਜਿਹੜੇ ਨੇ ਕਿਸਾਨ ਇਸ ਚੀਜ਼ ਤੇ ਅੜ ਗਏ ਨੇ, ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਪ੍ਰਸ਼ਾਸਨ ਨੇ ਮੰਨੀਆਂ ਨੇ ਉਸ ਦਾ ਲਿਖਤੀ ਜਵਾਬ ਉਹਨਾਂ ਨੂੰ ਦੇਣ। ਸੋ ਅਜੇ ਵੀ ਧਰਨਾ ਜਾਰੀ ਹੈ। ਲੌਂਗੋਵਾਲ ਦੇ ਵਿੱਚ ਜਦੋਂ ਮਾਹੌਲ ਖਰਾਬ ਹੋਇਆ, ਪੁਲਿਸ ਤੇ ਕਿਸਾਨਾਂ ਦੀ ਆਪਸ ਵਿੱਚ ਝੜਪ ਹੋਈ, ਜਿਸ ਤੋਂ ਬਾਅਦ ਪ੍ਰੀਤਮ ਸਿੰਘ ਕਿਸਾਨ ਦੀ ਮੌਤ ਹੋਈ ਸੀ। ਸੋ ਉਸ ਮੌਤ ਤੋਂ ਬਾਅਦ ਹੀ ਕਿਸਾਨ ਲਗਾਤਾਰ ਧਰਨੇ ਤੇ ਡਟੇ ਹੋਏ ਨੇ। ਬੀਤੇ ਦਿਨ ਮੰਗ ਰੱਖੀ ਗਈ ਸੀ ਕਿ 10 ਲੱਖ ਰੁਪਏ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ੇ ਦੇ ਤੌਰ ਤੇ ਸਰਕਾਰੀ ਨੌਕਰੀ ਕਿਸੇ ਇੱਕ ਮੈਂਬਰ ਨੂੰ ਦਿੱਤੀ ਜਾਵੇ। ਇਹ ਮੰਗ ਜਿਹੜੀ ਮੰਨ ਲਈ ਗਈ ਸੀ। ਸੋ ਲੌਂਗੋਵਾਲ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਜਾਂ ਕਿਸਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਡਟੇ ਹੋਏ ਨੇ, ਕੀ ਕੁਝ ਕਹਿੰਦੇ ਨੇ? ਬਲਵੰਤ ਵਿੱਕੀ ਇਸ ਸਮੇਂ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਲੌਂਗੋਵਾਲ ਤੋਂ ਹੀ। ਬਲਵੰਤ, ਤੁਹਾਡੇ ਵੱਲੋਂ ਜਾਣਨਾ ਚਾਹਾਂਗੇ, ਹੁਣ ਜਿਹੜੀ ਇਹ ਮੰਗ ਹੈ ਪ੍ਰਸ਼ਾਸਨ ਨੇ ਤਾਂ ਮੰਨੀ ਹੈ, ਪਰ ਹੁਣ ਲਿਖਤੀ ਤੌਰ ਤੇ ਮੰਗ ਜਿਹੜੀ ਹੈ ਕਹਿ ਰਹੇ ਨੇ ਕਿ ਸਾਨੂੰ ਲਿਖਤੀ ਤੌਰ ਤੇ ਲਿਖ ਕੇ ਦਿੱਤਾ ਜਾਵੇ। ਕੀ ਪ੍ਰਸ਼ਾਸਨ ਨੇ ਇਹ ਮੰਗ ਮੰਨੀ ਹੈ, ਲਿਖਤੀ ਤੌਰ ਤੇ ਦੇ ਰਹੇ ਨੇ? ਜੀ ਮਨਪ੍ਰੀਤ, ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਮੰਗਾਂ ਸੀ ਸਾਰੀਆਂ ਮੰਗਾਂ ਹੀ ਤਕਰੀਬਨ ਮੰਨ ਲਈਆਂ ਗਈਆਂ ਨੇ, ਪਰ ਹੁਣ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਚੀਜ਼ ਦੇ ਉੱਪਰ ਨੂੰ ਲੈ ਕੇ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ ਉਹ ਇਹ ਹੈਗਾ ਕਿ ਕਿਸਾਨ ਕਹਿ ਰਹੇ ਸੀ ਕਿ ਜਿਹੜੇ 16 ਕਿਸਾਨ ਜਥੇਬੰਦੀਆਂ ਵੱਲੋਂ 22 ਤਰੀਕ ਨੂੰ ਚੰਡੀਗੜ੍ਹ ਦਾ ਕੂਚ ਕੀਤਾ ਗਿਆ ਸੀ, ਉੱਥੇ ਨੂੰ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਨਾ ਸੀ, ਉਹ ਕਹਿ ਰਹੇ ਨੇ ਕਿ ਹੁਣ ਸਾਨੂੰ ਕੇਂਦਰ ਸਰਕਾਰ ਦੇ ਨਾਲ ਕਿਸੇ ਮੰਤਰੀ ਦੇ ਨਾਲ ਇੱਕ ਮੀਟਿੰਗ ਲੈ ਕੇ ਦਿਓ। ਜਿਹੜੀ ਮੀਟਿੰਗ ਹੈ ਉਹ ਮੀਟਿੰਗ ਦੇ ਜਿਹੜਾ ਲੈਟਰ ਆ ਉਹ ਗਵਰਨਰ ਨੇ ਲੈ ਕੇ ਦੇਣਾ ਹੈਗਾ। ਹੁਣ ਜਿੰਨਾ ਚਿਰ ਗਵਰਨਰ ਦਾ ਲੈਟਰ ਇਹ ਕਿਸਾਨਾਂ ਦੇ ਹੱਥ 'ਚ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਧਰਨਾ ਚੱਲੇਗਾ। ਬਾਕੀ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਉੱਪਰ ਮਨਪ੍ਰੀਤ ਸਹਿਮਤੀ ਪੂਰੀ ਤਰੀਕੇ ਨਾਲ ਬਣ ਚੁੱਕੀ ਹੈ। ਕਿਸਾਨ ਵੀ ਸੰਤੁਸ਼ਟ ਨੇ ਕਿਉਂਕਿ ਕਈ ਮੰਗਾਂ ਇਹ ਸੀਆਂ ਜਿਹੜੀਆਂ ਮੰਗਾਂ ਤਾਂ ਸਿਰਫ 22 ਤਰੀਕ ਧਰਨੇ ਤੋਂ ਜਿਹੜੀਆਂ ਪਹਿਲਾਂ ਦੀਆਂ ਸੀਆਂ। ਕਈ ਮੰਗਾਂ ਜਿਹੜੀਆਂ ਮਤਲਬ ਕਿ ਜਿਹੜਾ 21 ਤਰੀਕ ਨੂੰ ਜਿਹੜਾ ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਖੜੀਆਂ ਹੋਈਆਂ, ਜਿਵੇਂ ਕਿ ਕਿਸਾਨ ਨੂੰ ਮੁਆਵਜ਼ਾ 10 ਲੱਖ ਰੁਪਏ ਦਾ ਮੁਆਵਜ਼ਾ, ਉਹਨੂੰ ਸਰਕਾਰੀ ਨੌਕਰੀ ਦਾ ਪੂਰਨ ਕਰਜ਼ਾ ਮਾਫ, ਇਹ ਜਿਹੜਾ ਫੌਰੀ ਤੌਰ ਦੇ ਉੱਪਰ ਜਿਹੜੀ ਕੱਲ ਮੀਟਿੰਗ ਹੋਈ ਸੀ ਸੰਗਰੂਰ ਦੇ ਵਿੱਚ ਉਸ ਦੇ ਵਿੱਚ ਮੰਨ ਲਿਆ ਗਿਆ। ਦੂਸਰਾ ਇਸ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਰਿਹਾ ਕੀਤਾ ਜਾਵੇ, ਇਹ ਮੰਗ ਵੀ ਜਿਹੜੀ ਸੀ ਵੱਡੀ ਸੀ, ਉਹ ਵੀ ਉਹਨਾਂ ਦੀ ਮੰਨ ਲਈ ਗਈ ਸੀ ਕਿ ਜਿਹੜੇ ਕਿਸਾਨ ਨੇ ਉਹ ਰਿਹਾ ਕੀਤੇ ਜਾਣਗੇ। ਦੂਸਰੀ ਇਹ ਸੀ ਜਿਹੜੇ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ, ਜਿਹੜੇ ਕਿ 53 ਕਿਸਾਨਾਂ ਦੇ ਉੱਪਰ ਲਗਭਗ ਪਰਚੇ ਦਰਜ ਕੀਤੇ ਗਏ ਸੀ ਕਈ ਧਾਰਾਵਾਂ ਤਹਿਤ, ਉਹ ਵੀ ਪ੍ਰਸ਼ਾਸਨ ਵੱਲੋਂ ਮੰਨ ਲਈ ਗਈ ਸੀ ਕਿ ਅਸੀਂ ਉਹਨਾਂ ਨੂੰ ਵੀ ਰਿਹਾ ਕਰ ਦੇਵਾਂਗੇ। ਪਰ ਹਾਲੇ ਤੱਕ ਜਿਹੜੇ ਜ਼ਿਆਦਾਤਰ ਕਿਸਾਨ ਨੇ ਜਿਹੜੇ ਉਹ ਰਿਹਾ ਨਹੀਂ ਹੋਏ, ਕਿਉਂਕਿ ਕੱਲ ਪ੍ਰਸ਼ਾਸਨ ਨੇ ਕਿਹਾ ਸੀ, ਪੁਲਿਸ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਲੱਗਿਆ, ਕੱਲ ਤੱਕ ਸਾਰਿਆਂ ਨੂੰ ਛੱਡ ਦਿੱਤਾ ਜਾਏਗਾ। ਤੇ ਹੁਣ ਜਦੋਂ ਹੀ ਉਹ ਸਾਰੇ ਲੀਡਰ ਨੇ ਜਿਹੜੇ ਵੱਡੇ ਉਹ ਰਿਹਾ ਹੋ ਜਾਣਗੇ ਤੇ ਉਸ ਤੋਂ ਬਾਅਦ ਹੀ ਜਿਹੜਾ ਪ੍ਰੀਤਮ ਸਿੰਘ ਦਾ ਅੰਤਿਮ ਸੰਸਕਾਰ ਹੋਏਗਾ, ਕਿਉਂਕਿ ਜਸਵਿੰਦਰ ਸਿੰਘ ਲੌਂਗੋਵਾਲ ਨੇ ਜਿਹੜੇ ਕਿ ਇਸ ਇਕਾਈ ਦੇ ਜਿਹੜੇ ਨੇਤਾ ਨੇ, ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਜਿਨ੍ਹਾਂ ਦਾ ਇਹ ਪ੍ਰੀਤਮ ਸਿੰਘ ਕਿਸਾਨ ਸ਼ਹੀਦ ਹੋਇਆ ਸੀ ਜਥੇਬੰਦੀ ਦਾ, ਕਿਉਂਕਿ ਉਹਨਾਂ ਨੇ ਕਹਿਣਾ ਸੀ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ ਸਾਰੇ ਲੀਡਰ ਨੇ ਜਿਹੜੇ ਉਹ ਲੌਂਗੋਵਾਲ ਵਿੱਚ ਆਉਣਗੇ, ਮੰਡੇਰ ਕਲਾਂ ਪਿੰਡ ਦੇ ਵਿੱਚ ਆਉਣਗੇ, ਉੱਥੇ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਪ੍ਰੀਤਮ ਸਿੰਘ ਦਾ। ਤੇ ਉਹ ਝੰਡੇ ਜਿਹੜੇ ਨੇ ਰਸਮ ਹੁੰਦੀ ਹੈ, ਝੰਡਾ ਪਾਇਆ ਜਾਊਗਾ, ਪਰ ਇਹ ਉਦੋਂ ਹੀ ਸੰਭਵ ਹੋਊਗਾ ਜਦੋਂ ਕਿਸਾਨਾਂ ਨੂੰ ਰਿਹਾ ਕੀਤਾ ਜਾਊਗਾ, ਜਦੋਂ ਕਿਸਾਨ ਛੱਡੇ ਜਾਣਗੇ। ਪਰ ਜ਼ਿਆਦਾਤਰ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਸੀ, ਕੁਝ ਦਾ ਹਜੇ ਜਿਹੜਾ ਪ੍ਰੋਸੈਸ ਚੱਲ ਰਿਹਾ ਹੈਗਾ। ਅੱਜ ਤਕਰੀਬਨ ਸਾਰੇ ਕਿਸਾਨ ਜਿਹੜੇ ਛੱਡੇ ਜਾ ਸਕਦੇ ਨੇ, ਪਰ ਲੱਗਦਾ ਕਿ ਅੱਜ ਸ਼ਾਮ ਤੱਕ ਪ੍ਰੀਤਮ ਸਿੰਘ ਦਾ ਅੰਤਿਮ ਸੰਸਕਾਰ ਵੀ ਜਿਹੜਾ ਹੋ ਸਕਦਾ ਹੈ ਕਿ ਜਦੋਂ ਤੱਕ ਉਹ ਚਿੱਠੀ ਹੈ ਜਿਹੜੀ ਗਵਰਨਰ ਦੀ ਚਿੱਠੀ ਦੇ ਉੱਪਰ ਗੱਲ ਕਰ ਰਹੇ ਨੇ, ਜਦੋਂ ਤੱਕ ਉਹ ਚਿੱਠੀ ਇਹਨਾਂ ਦੇ ਹੱਥ 'ਚ ਆ ਜਾਂਦੀ, ਜਦੋਂ ਚਿੱਠੀ ਹੱਥ 'ਚ ਆ ਜਾਏਗੀ ਤਾਂ ਜਿਹੜੇ ਪੰਜਾਬ 'ਚ ਜਿੱਥੇ ਵੀ ਧਰਨੇ ਚੱਲ ਰਹੇ ਨੇ, ਚਾਹੇ ਟੋਲ ਪਲਾਜ਼ਿਆਂ ਦੇ ਉੱਪਰ ਚੱਲ ਰਹੇ ਨੇ, ਚਾਹੇ ਲੌਂਗੋਵਾਲ ਚੱਲ ਰਹੇ, ਸਾਰੇ ਧਰਨੇ ਜਿਹੜੇ ਸਮਾਪਤ ਕਰ ਦਿੱਤੇ ਜਾਣਗੇ। ਮਨਪ੍ਰੀਤ, ਪਰ ਦੂਜੇ ਪਾਸੇ ਬਲਵੰਤ, ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਇਹਨਾਂ ਨੇ ਕਿਹਾ ਸੀ ਕਿ ਚੰਡੀਗੜ੍ਹ ਜਾ ਕੇ ਅਸੀਂ ਧਰਨਾ ਦੇਵਾਂਗੇ, ਪ੍ਰਦਰਸ਼ਨ ਕਰਾਂਗੇ, ਸੋ ਇਹ ਧਰਨਾ ਹੁਣ ਚੰਡੀਗੜ੍ਹ ਦੀ ਥਾਂ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਹੋਵੇਗਾ। ਇਹ ਧਰਨਾ ਕਦੋਂ ਸ਼ੁਰੂ ਹੋਵੇਗਾ, ਕਦੋਂ ਕਿਸਾਨ ਉੱਥੇ ਪਹੁੰਚਣਗੇ, ਇਸ ਬਾਬਤ ਕੋਈ ਜਾਣਕਾਰੀ ਹੈ? ਦੇਖੋ, ਫਿਲਹਾਲ ਹਜੇ ਕਿਸਾਨਾਂ ਦੀਆਂ ਮਨਪ੍ਰੀਤ ਜਿਹੜੀ ਇਹਨਾਂ ਦੀ ਮੀਟਿੰਗਾਂ ਚੱਲ ਰਹੀਆਂ ਨੇ, ਕਿਉਂਕਿ ਪਹਿਲਾਂ ਤਾਂ ਜਿਹੜਾ ਵੱਡਾ ਮਾਮਲਾ ਸੀ, ਵੱਡਾ ਜਿਹੜਾ ਮਸਲਾ ਲੌਂਗੋਵਾਲ ਵਾਲਾ ਸੀ, ਕਿਸਾਨ ਜਿਹੜਾ ਸ਼ਹੀਦ ਹੋਇਆ ਸੀ, ਉਸ ਨੂੰ ਲੈ ਕੇ ਜਿਹੜੀਆਂ ਮੰਗਾਂ ਖੜੀਆਂ ਹੋਈਆਂ ਸੀ, ਹੁਣ ਅਗਰ ਇਹਨਾਂ ਨੂੰ ਕੇਂਦਰ ਸਰਕਾਰ ਦੇ ਨਾਲ ਜਿਹੜਾ ਹੁਣ ਅੱਜ ਆਪਾਂ ਕਹਿ ਸਕਦੇ ਹਾਂ ਦੁਪਹਿਰ ਤੱਕ ਲੈਟਰ ਮਿਲ ਸਕਦਾ ਹੈਗਾ, ਅਗਰ ਜਿਹੜਾ ਗਵਰਨਰ ਦਾ ਲੈਟਰ ਹੈ, ਕਿਉਂਕਿ ਪੰਜਾਬ ਸਰਕਾਰ ਨੇ ਵੀ ਕਿਹਾ ਗਾ ਕਿ ਅਸੀਂ ਵੀ ਕੇਂਦਰ ਨੂੰ ਚਿੱਠੀ ਲਿਖਾਂਗੇ ਜਾਂ ਗਵਰਨਰ ਨੂੰ ਚਿੱਠੀ ਲਿਖਣਗੇ ਕਿ ਇਹਨਾਂ ਨੂੰ ਮੀਟਿੰਗ ਦਿੱਤੀ ਜਾਵੇ ਕਿਸੇ ਕੇਂਦਰੀ ਮੰਤਰੀ ਦੇ ਨਾਲ। ਅਗਰ ਉਹ ਲੈਟਰ ਮਿਲ ਜਾਂਦਾ ਗਾ ਤਾਂ ਫਿਰ ਧਰਨੇ ਦਾ ਗੱਲ ਨਹੀਂ ਰਹਿ ਜਾਂਦੀ, ਕਿਉਂਕਿ ਫਿਰ ਉਸ ਤੋਂ ਬਾਅਦ ਜਿਹੜਾ ਮੀਟਿੰਗ ਹੈਗੀ ਜਿਹੜੀ ਉਹ ਕਿਸੇ ਕੇਂਦਰੀ ਮੰਤਰੀ ਦੇ ਨਾਲ ਦਿੱਲੀ ਦੇ ਵਿੱਚ ਤੈਅ ਹੋ ਜਾਏਗੀ।
ਜਾਏਗੀ। ਉਸ ਤੋਂ ਬਾਅਦ ਅਗਰ ਗੱਲ ਨਹੀਂ ਸਿਰੇ ਚੜ੍ਹਦੀ ਤਾਂ ਫਿਰ ਧਰਨਾ ਦਿੱਤਾ ਜਾਊਗਾ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਵੀ ਇਸ ਪੂਰੇ ਐਕਸ਼ਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਸੀ। ਲੌਂਗੋਵਾਲ ਦੇ ਧਰਨੇ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜੇ ਫੌਰੀ ਤੌਰ ਦੇ ਉੱਪਰ ਕੋਈ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਕਰਨੀ ਪਈ ਤਾਂ ਮੀਟਿੰਗ ਵੀ ਕਰਾਂਗੇ, ਨਹੀਂ ਅਸੀਂ 2 ਤਰੀਕ ਨੂੰ ਇਹਨੇ ਚੰਡੀਗੜ੍ਹ ਦੇ ਵਿੱਚ ਫਿਰ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੈਗੀ ਉਹ ਰੱਖੀ ਗਈ ਹੈ, ਜਿਹੜੀ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ। ਪਰ ਲੇਕਿਨ ਜੇ ਮਸਲਾ ਇਹ ਹੈਗਾ ਮਨਪ੍ਰੀਤ ਕਿ ਅਗਰ ਉਹ ਲੈਟਰ ਨਹੀਂ ਮਿਲਦਾ, ਕਿਸਾਨਾਂ ਨੂੰ ਲੈਟਰ ਨਹੀਂ ਮਿਲਦਾਗਾ, ਜਿਹੜੇ ਲਿਸਟ ਲੈਟਰ ਦੀ ਕੱਲ ਮੀਟਿੰਗ ਦੇ ਵਿੱਚ ਗੱਲਬਾਤ ਸਹਿਮਤੀ ਬਣੀ ਹੈਗੀ ਕਿ ਅਸੀਂ ਗਵਰਨਰ ਤੋਂ ਲੈਟਰ ਲਿਖ ਕੇ ਦੇਵਾਂਗੇ, ਫਿਰ ਜਿਹੜੇ ਮੁਸ਼ਕਲਾਂ ਨੇ ਉਹ ਵਧੀਆਂ ਨਜ਼ਰ ਆ ਸਕਦੀਆਂ ਨੇ, ਕਿਉਂਕਿ ਫਿਰ ਧਰਨੇ ਨੇ ਜਿਹੜੇ ਉਹ ਕੰਟੀਨਿਊ ਹੀ ਰਹਿਣਗੇ, ਫਿਰ ਧਰਨੇ ਨਹੀਂ ਚੱਕੇ ਜਾਣਗੇ, ਕਿਉਂਕਿ ਕਿਸਾਨਾਂ ਨੇ ਸਾਰੀਆਂ ਸਹਿਮਤੀ ਦੇ ਉੱਪਰ ਬਣਾਈ ਹੈ। ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਗੱਡੀਆਂ ਭੰਨੀਆਂ ਗਈਆਂ ਸੀ ਸੰਗਰੂਰ ਦੇ ਵਿੱਚ ਜਾਂ ਬੱਸਾਂ ਟਰੈਕਟਰਾਂ ਦਾ ਨੁਕਸਾਨ ਹੋਇਆ ਸੀ, ਉਹਨਾਂ ਉੱਪਰ ਸਹਿਮਤੀ ਬਣ ਗਈ ਸੀ ਕਿ ਸਰਕਾਰ ਨੇ ਕਹਿ ਦਿੱਤਾ ਸੀ ਕਿ ਵੀ ਤੁਸੀਂ ਇਹਨਾਂ ਦਾ ਤੁਸੀਂ ਇਹਨਾਂ ਨੂੰ ਠੀਕ ਕਰਵਾ ਲਓ, ਜਿੰਨਾ ਦੇ ਖਰਚਾ ਆਏਗਾ ਉਹਦਾ ਬਿੱਲ ਜਿਹੜੀ ਸਰਕਾਰ ਦੇਗੀ। ਪਰ ਲੇਕਿਨ ਸਾਰੀਆਂ ਗੱਲਾਂ ਦੇ ਉੱਪਰ ਸਹਿਮਤੀ ਬਣੀ ਹੈ, ਪਰ ਹਜੇ ਵੀ ਕਿਸਾਨ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਹੋਏ ਨੇ। ਜਿੰਨਾ ਚਿਰ ਉਹ ਕਿਸਾਨ ਰਿਹਾ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਜਿੰਨਾ ਚਿਰ ਉਹ ਲੈਟਰ ਨਹੀਂ ਆਉਂਦਾ ਉਹਨਾਂ ਚਿਰ ਧਰਨੇ ਨਹੀਂ ਚੱਕੇ ਜਾਣਗੇ। ਫਿਲਹਾਲ ਜਿਹੜਾ ਅੰਤਿਮ ਸੰਸਕਾਰ ਆ ਪ੍ਰੀਤਮ ਸਿੰਘ ਦਾ ਉਹ ਅੱਜ ਕਿਸੇ ਵੇਲੇ ਹੋ ਸਕਦਾ ਹੈ ਅਗਰ ਕੋਈ ਡਿੱਕਾ ਨਹੀਂ ਬਣਿਆ, ਕਿਉਂਕਿ ਪਰ ਇਹ ਵੀ ਚੀਜ਼ ਹੈਗੀ ਆ ਕਿ ਜਿੰਨਾ ਚਿਰ ਲੈਟਰ ਨਹੀਂ ਮਿਲਦਾ ਤਾਂ ਹੋ ਸਕਦਾ ਕਿਸਾਨ ਕਹਿਣ ਕਿ ਅਸੀਂ ਅੰਤਿਮ ਸੰਸਕਾਰ ਵੀ ਉਹਨਾਂ ਚਿਰ ਨਹੀਂ ਕਰਾਂਗੇ, ਕਿਉਂਕਿ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਡੈੱਡ ਬੋਡੀ ਆ ਜਿਹੜੀ ਉਹ ਅਸੀਂ ਸੜਕਾਂ ਦੇ ਉੱਪਰ ਨਹੀਂ ਰੋਲਾਂਗੇ, ਡੈੱਡ ਬੋਡੀ ਹਸਪੀਟਲ ਦੇ ਵਿੱਚ ਹੀ ਰੱਖੀ ਜਾਏਗੀ। ठीक है, बहुत बहुत शुक्रिया बलवंत। एक बार फिर तो थोड़े नाल राबता कायम किया जाएगा जो ही कोई ताज़ा अपडेट आती है। फिलहाल शुक्रिया जानकारी साझा करने के लिए। फिलहाल लौंगोवाल दे विच किसान धरने ते डटे हुए ने। उन्हों का कहना है कि जो तक लिखती रूप दे विच सानू मंगां जिहड़ियां साडीआं मन्नियां गईयां ने वो नहीं प्रशासन दे वल्लों लिखती रूप दे विच दिता जांदा, उदों तक असीं इस धरने ते डटे रहांगे, धरना नहीं खोलिया जाएगा। ते जिस किसान प्रीतम सिंह दी मौत हुई सी हादसे दे विच 21 तरीक नूं उसदा अंतिम संस्कार भी उस चिट्ठी मिलन तो बाद ही कीता जाएगा। सो किसान लिखती रूप दे विच जवाब दा इंतजार कर रहे हैं, जो मंगां मन्नियां गईयां ने सानू लिखती तौर ते दिता जाए। सो गवर्नर की चिट्ठी का इंतजार, इस तो बाद चों कुछ होर भी मंग है कि किसी केंद्रीय कैबिनेट मंत्री दे नाल मुलाकात कराई जाए तां जो असीं केंद्र सरकार दे अगे भी अपनियां मंगां रख सकीए। सो ये गल्लां किसानां दियां, किसान आगूआं दियां जिहड़ियां धरने ते बैठे होए ने। असीं अपनी हक्की मंगां मंग रहे हैं, सो सानू साडा हक चाहीदा, असीं इत्थों नहीं हिलांगे। लौंगोवाल दे विच किसानां दा धरना जारी, पर कई पासे जिहड़े टोल प्लाजियां दे उत्ते भी किसान बैठे हुए ने, वो भी डटे हुए। पर दूजे पासे खबरां ये भी ने कि हुण जेकर कोई वड्डा प्रदर्शन किसान करदे ने या कोई अंदोलन नवां छेड़दे ने अपनियां मंगां नूं लैके, वो चंडीगढ़ दे विच नहीं अंबाला दी अनाज मंडी दे विच होवेगा। सो 2 दिन पहला जो चंडीगढ़ कूच करना सी सारे किसानों ने, तो चंडीगढ़ पूरा सील कर दिता गया सी। 4200 के करीब जोड़े पुलिस मुलाजम ड्यूटी पर तैनात कर दिते गए सन कि कोई भी किसान चंडीगढ़ दे विच एंटर ना हो पाए। सो हुण जदों किसानों दी मंगां मन लिया गई ने, हुण किसान इस गल ते अड़ गए ने कि जिन्नियां भी मंगां मन्नियां गईयां उसनूं लिखती रूप विच दिता जाए। गवर्नर की चिट्ठी साडे कोल पहुंचे ते नाल ही एक केंद्रीय कैबिनेट मंत्री दे नाल समा तय किया जाए जिन्हां दे अगे असीं अपनी मंग रख सकीए, अपनियां गल्लां रख सकीए। मंगां तां मान लिया गईयां पर लिखती रूप चाहिए। सो हुण किसान इस गल ते अड़े हुए ने। दूजे पासे ये भी खबरां कि अंबाला दी अनाज मंडी दे विच सारे किसान इकट्ठे होणगे, उत्थे प्रदर्शन किया जाएगा। सो हो सकदा है कि इस दौरान हरियाणा सरकार दे नाल भी मीटिंग दा समा मंगिया जाए। पंजाब के ਵੱਖ-ਵੱਖ टोल प्लाजिਆਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅਜੇ ਵੀ ਬੈਠੇ ਹੋਏ ਨੇ। ਅੰਮ੍ਰਿਤਸਰ ਦੇ ਟੋਲ ਪਲਾਜ਼ੇ ਦੀ ਗੱਲ ਕਰੀਏ, ਮਾਨਾਵਾਲਾ ਟੋਲ ਪਲਾਜ਼ਾ ਜਿੱਥੇ ਕੱਲ ਕਿਸਾਨ ਡਟੇ ਹੋਏ ਸਨ, ਉਹਨਾਂ ਦਾ ਵੀ ਕਹਿਣਾ ਸੀ ਕਿ ਅਜੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਨੇ, ਮੰਗਾਂ ਜਿਹੜੀਆਂ ਮੁਕੰਮਲ ਨਹੀਂ ਹੋਈਆਂ। सो हरमीत साडे सहयोगी इस समय साडे नाल बने हुए ने अमृतसर तो। हरमीत, कल भी असीं देखिया सी कि कल भी प्रदर्शन जिहड़ा वड्डा देखण नूं मिलिया सी, अज भी टोल प्लाजिਆਂ ਦੇ ਉੱਤੇ किसान बैठे हुए ने। जिस जगह ते तुसीं खड़े हो किन्ने गिनती ਦੇ ਵਿੱਚ किसान ਇੱਥੇ बैठे हुए ने ते की कुछ ਚੱਲ ਰਿਹਾ ਤੇ किसानां ਦੀਆਂ ਮੰਗਾਂ ਮੰਨੀਆਂ ਗਈਆਂ ਜਾਂ ਨਹੀਂ ਮੰਨੀਆਂ ਗਈਆਂ, ਇਸ ਉੱਤੇ ਕੀ ਜਾਣਕਾਰੀ ਹੈ? मनप्रीत, इस वेले मानावाला टोल प्लाजा ते आ तस्वीरां देख सकते हो कि बजुर्ग हर वर्ग बच्चे बीबियां इत्थे पहुंच के शमूलियत कर रहा और अपनियां मंगां सरकारां तक पहुंचाउण वास्ते जद्दोजहद कर रहा। लगातार धरनिਆਂ ਦੇ ਵਿੱਚ अक्सर किसानां ने अपनियां मंगां मनाउण वास्ते सड़कां जाम कीतियां, टोल प्लाजे जाम कीते, पर सरकारां टस तो मस नहीं ਹੁੰਦੀਆਂ ਰਹੀਆਂ। पर जिवें हुण सरकारां ਦਾ ਦਬਾਅ ਬਣਾਉਣ ਵਾਸਤੇ, ਸਰਕਾਰਾਂ ਨੂੰ ਦੱਸਣ ਵਾਸਤੇ ਕਿ ਕਿਸਾਨ ਅਜੇ ਉਸੇ ਜ਼ਮੀਰ ਦੇ ਵਿੱਚ ਨੇ ਜਿਵੇਂ ਸਿੰਘੂ ਦੇ ਵਿੱਚ ਝੰਡੇ ਕੱਢੇ ਸੀਗੇ, ਜਿਸ ਕਰਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜਲਦੀ ਹੀ ਅਸੀਂ ਰੇਲਾਂ ਰੋਕਣ ਦਾ ਵੀ ਜਿਹੜਾ ਉਹ ਲਾਮਬੰਦ ਸਮਾਂ ਕਰਾਂਗੇ। ਕਿਉਂਕਿ ਜੇ ਸਰਕਾਰ ਇਸ ਤਰ੍ਹਾਂ ਨਹੀਂ ਸੁਣ ਰਹੀ, ਜੇ ਟੋਲ ਪਲਾਜ਼ੇ ਬੰਦ ਕਰਨ ਦੇ ਬਾਵਜੂਦ ਵੀ
ਸਰਕਾਰ ਨਹੀਂ ਸੁਣ ਰਹੀ ਤਾਂ ਅਸੀਂ ਜਲਦੀ ਇੱਕ ਵੱਡਾ ਐਕਸ਼ਨ ਕਰਾਂਗੇ ਤੇ ਸੰਘਰਸ਼ ਤਿੱਖਾ ਕਰਾਂਗੇ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਇੱਥੇ ਕਿਸਾਨ ਆਗੂ ਮੌਜੂਦ ਨੇ। ਡਾਕਟਰ ਸਾਹਿਬ, ਕੀ ਹੁਣ ਤੱਕ ਦੀ ਜਿਹੜੀ ਕਹਿ ਦੀ ਵਿਉਂਤਬੰਦੀ ਬਣੀ ਆ, ਮੀਟਿੰਗਾਂ ਵਿੱਚ ਕੀ ਨਿਕਲ ਕੇ ਸਾਹਮਣੇ ਆ ਰਿਹਾ, ਕਿਉਂਕਿ ਸਰਕਾਰਾਂ ਹੁਣ ਤੱਕ ਟੱਚ ਤੋਂ ਮਸ ਨਹੀਂ ਹੋਈਆਂ? ਨਹੀਂ, ਚਲੋ ਇਹ ਨਹੀਂ ਗੱਲ ਅਸੀਂ ਕਹਿ ਸਕਦੇ ਕਿ ਟੱਚ ਤੋਂ ਮਸ ਨਹੀਂ ਹੋਈ ਸਰਕਾਰ। ਜਿਵੇਂ ਕਿ ਅਸੀਂ ਵੇਖਿਆ ਕਿ ਕੱਲ ਦਾ ਜਿਹੜਾ ਸਾਡੇ ਹੈਗੇ ਸੀਗੇ ਸ਼ਹੀਦ ਸੀਗੇ ਬਾਪੂ ਪ੍ਰੀਤਮ ਸਿੰਘ ਜੀ, ਉਹਨਾਂ ਦੇ ਆਪਣਾ 10 ਲੱਖ ਮੁਆਵਜ਼ਾ ਦੇਣਾ ਮੰਨੀ ਹੈ ਸਰਕਾਰ, ਪਰਿਵਾਰ ਨੂੰ ਇੱਕ ਨੌਕਰੀ, ਸਰਕਾਰੀ ਨੌਕਰੀ। ਉਸ ਤੋਂ ਅਗਲੇ ਬੰਨੇ ਜਿਹੜੇ ਉਹਨਾਂ ਦੇ ਕਰਜ਼ਾ ਵਾ ਸਰਕਾਰੀ ਗੈਰ ਸਰਕਾਰੀ ਉਹ ਮਾਫ ਕੀਤਾ ਗਿਆ। ਉਸ ਤੋਂ ਅੱਗੇ ਜਿਹੜੇ ਉਸ ਲਾਠੀ ਚਾਰਜ ਵਿੱਚ ਉੱਥੇ ਕੋਈ ਗੰਭੀਰ ਜ਼ਖਮੀ ਸੀ ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਨੂੰ ਮੰਨੀ ਆ। ਜਿਹੜੇ ਨੂੰ ਮਾਮੂਲੀ ਥੋੜੀਆਂ ਘੱਟ ਸੱਟਾਂ ਲੱਗੀਆਂ, ਜ਼ਖਮੀ ਹੋਏ, ਉਹਨਾਂ ਨੂੰ ਲੱਖ ਰੁਪਏ ਦੀ ਕੰਪਨਸੇਸ਼ਨ ਹੈ। ਕੋਈ ਲਗਭਗ ਐਸਟੀਮੇਟ ਬਣਾ ਕੇ ਦਿੱਤਾ ਸੀਗਾ ਕਿ 7 ਲੱਖ ਰੁਪਏ ਦਾ ਜਿਹੜੇ ਆਪਣਾ ਟਰੈਕਟਰ ਸੀਗੇ ਜਾਂ ਗੱਡੀਆਂ ਸੀ ਨੁਕਸਾਨ ਹੋਇਆ, ਸਰਕਾਰ ਉਹ ਵੀ ਕੰਪਨਸੇਟ ਕਰਨ ਨੂੰ ਸਰਕਾਰ ਦੀ ਬਣੀ ਆ। ਬਾਕੀ ਇੱਕ ਹੋਰ ਸਾਡੇ ਆਪਣਾ ਹਰਿਆਣਾ ਵਾਲੀ ਸਾਈਡ ਤੇ ਇੱਕ ਦੁਰਘਟਨਾ ਵਾਪਰੀ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਲੱਤ ਕੱਟੀ ਗਈ ਸੀ। ਉਹਨਾਂ ਦੇ ਨਾਲ ਸਰਕਾਰ ਨੇ ਕਿਹਾ ਵਾ ਕਿ ਆਪਣਾ ਜਿਹੜੀ ਹਰਿਆਣਾ ਗਵਰਨਮੈਂਟ ਆ ਉਹਦੇ ਨਾਲ ਕੋਆਪਰੇਸ਼ਨ ਦੇ ਵਿੱਚ ਜਾ ਕੇ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ 2 ਲੱਖ ਦਾ ਮੁਆਵਜ਼ਾ ਤੇ ਪਲੱਸ ਜਿਹੜੀ ਹੈਗੀ ਆ ਕੋਈ ਹੈਂਡੀਕੈਪ ਬੇਸ ਦੇ ਉੱਤੇ ਉਹਨੂੰ ਕੋਈ ਜੌਬ ਜਿਹੜੀ ਆ ਉਹਦੀ ਐਲੀਜੀਬਿਲਟੀ ਦੇ ਅਕੋਰਡਿੰਗ ਉਹ ਆਪਾਂ ਉਹਦਾ ਕਰਵਾਵਾਂਗੇ। ਫਿਰ ਜਿੰਨੇ ਵੀ ਆਪਣਾ ਇਸ ਤਰੀਕੇ ਨਾਲ ਆਪਣਾ ਆਗੂਆਂ ਦੀ ਜਿਹੜੀ ਰਿਹਾਈ ਦਾ ਹੈਗਾ ਆ, ਉਹ ਕੁਛ ਆਗੂ ਸਾਡੇ ਛੱਡ ਦਿੱਤੇ ਗਏ ਸੀ, ਹਰਿਆਣੇ ਵਾਲੇ ਰਿਲੀਜ਼ ਹੋ ਚੁੱਕੇ ਸੀਗੇ, ਤੇ ਬਾਕੀ ਕੁਛ ਜਿਹੜੇ ਆ ਉਹਨਾਂ ਨੂੰ ਛੱਡਣ ਦੀ ਪ੍ਰਕਿਰਿਆ ਚੱਲ ਰਹੀ ਆ। ਇਸ ਤੋਂ ਅੱਗੇ ਜਿਵੇਂ ਜਿਹੜੀਆਂ ਮੁੱਖ ਕਾਰਨ ਸੀਗਾ ਇਹਦੇ ਉਹ ਸਿਚੁਏਸ਼ਨ ਹੋ ਗਈ ਜਿਹੜੀ ਸਾਡੀ ਐਸ ਅੰਦੋਲਨ ਸ਼ੁਰੂ ਹੋਣ ਦੇ ਆਪਣੇ ਜਿਹੜਾ ਦਿੱਲੀ ਆਪਣਾ ਚੰਡੀਗੜ੍ਹ ਮੋਰਚੇ ਤੋਂ ਕੂਚ ਤੋਂ ਬਾਅਦ ਵਿੱਚ ਸਾਹਮਣੇ ਆਈਆਂ ਚੀਜ਼ਾਂ, ਇਹ ਉਹਨਾਂ ਦਾ ਹੱਲ। ਹੁਣ ਇਸ ਤੋਂ ਅਗਲੇ ਬੰਨੇ ਹੱਲ ਆ ਕਿ ਜੋ ਕੇਂਦਰ ਨਾਲ ਸੰਬੰਧਿਤ ਸਾਡਾ ਮੋਰਚਾ ਸੀ, ਇਹ ਤੇ ਪੰਜਾਬ ਸਰਕਾਰ ਵਿੱਚ ਪਤਾ ਨਹੀਂ ਕਿਉਂ ਆਪਣਾ ਟਪਕ ਪਈ। ਇਹ ਇੱਕ ਪੋਲੀਟੀਕਲ ਕਾਰਨ, ਉਹਦੇ ਚੀਜ਼ਾਂ ਦੇ ਐਨਾਲਿਸਿਸ ਕੀਤੇ ਜਾ ਸਕਦੇ ਕਈ ਤਰੀਕੇ ਦੇ ਨਾਲ। ਹੁਣ ਇਹਦੇ ਵਿੱਚ ਇਹ ਆ ਕਿ ਉਸ ਦੇ ਨਾਲ ਸੰਬੰਧਿਤ ਜਿਹੜਾ ਸਾਡੀਆਂ ਮੰਗਾਂ ਆ ਉਹਨਾਂ ਦੇ ਬਾਰੇ ਗੱਲ ਚੱਲ ਰਹੀ ਆ, ਚੈਨਲ ਚੱਲ ਰਹੇ ਆ, ਜਥੇਬੰਦੀਆਂ ਦੇ ਜਿਹੜੇ ਫੋਰਮ ਆ ਉਹਨਾਂ ਦੇ ਗੱਲਬਾਤ ਹੋ ਰਹੀ ਆ ਵੀ ਕੇਂਦਰ ਦੇ ਨਾਲ ਕਿਸ ਤਰੀਕੇ ਨਾਲ ਇਹਦੇ ਵਿੱਚ ਡੀਲ ਕੀਤਾ ਜਾਵੇ। ਉਹਨਾਂ ਦੀ ਅਗਲੇ ਬੰਨੇ ਸਰਕਾਰ ਪੱਧਰ ਤੇ ਉਹ ਕਹਿੰਦੇ ਕਿ ਸਾਡੀ ਗੱਲ ਚੱਲ ਰਹੀ, ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਗੱਲ ਅਗਲੇ ਬੰਨੇ ਤੱਕ ਚੱਲ ਰਹੀ ਆ, ਤੇ ਉਹਦੇ ਵਿੱਚੋਂ ਕੀ ਪੋਜ਼ਿਟਿਵ ਨਿਕਲਦਾ ਆ ਉਹ ਅਸੀਂ ਇੱਥੇ ਬੈਠੇ ਆ ਤੁਹਾਡੇ ਸਾਹਮਣੇ। ਮੋਰਚਾ ਉਦੋਂ ਤੱਕ ਕਾਇਮ ਹੈ ਜਦੋਂ ਤੱਕ ਕੋਈ ਆਊਟਕਮ ਨਹੀਂ ਨਿਕਲਦੀ, ਉਦੋਂ ਤੱਕ ਮੋਰਚਾ ਕਾਇਮ ਹੈ। ਫਿਰ ਜੇ ਆਊਟਕਮ ਸਾਨੂੰ ਲੱਗਦਾ ਇੱਕ ਟਾਈਮ ਲਿਮਿਟ ਤੱਕ ਅਸੀਂ ਵੇਟ ਵੀ ਕਰ ਰਹੇ ਹਾਂ, ਅਸੀਂ ਟਾਈਮ ਵੀ ਕਹਿੰਦੇ ਆ ਕਿ ਆਊਟਕਮ ਨਿਕਲੇ ਤੇ ਉਹਦੇ ਵਾਸਤੇ ਟਾਈਮ ਹੈ ਸਾਡੇ ਕੋਲ, ਦੇ ਰਹੇ। ਜਦੋਂ ਆਊਟਕਮ ਜੇ ਨਹੀਂ ਨਿਕਲਦੀ ਤੇ ਫਿਰ ਜਿਹੜਾ ਉਹ ਉਸੇ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਬੈਠ ਕੇ ਤੇ ਉਹ ਆਪਣਾ ਕਰਨਗੇ, ਅਗਲਾ ਫੈਸਲਾ ਕਰਨਗੇ। ਫਿਰ ਇਹ ਜਿਸ ਤਰੀਕੇ ਨਾਲ ਮੀਟਿੰਗਾਂ ਹੋ ਰਹੀਆਂ ਨੇ, ਇਹ ਕਿਹੜੀਆਂ ਵਿਉਂਤਬੰਦੀਆਂ ਤਿਆਰ ਹੋ ਰਹੀਆਂ? ਦੂਸਰੇ ਪਾਸੇ ਜਿਹੜੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਹੋਏ ਨੇ, ਫੜੇ ਹੋਏ ਨੇ, ਜੇਲ੍ਹਾਂ 'ਚ ਨੇ, ਉਹਨਾਂ ਨੂੰ ਮਿਲਣ ਵਾਸਤੇ ਗਏ ਹੋ ਜਾਂ ਕੋਈ ਗੱਲਬਾਤ ਕੀਤੀ ਉਹਨਾਂ ਨਾਲ? ਜੀ ਉਹਨਾਂ ਦੇ ਨਾਲ ਯਾਨੀ ਕਿ ਜੇ ਅਸੀਂ ਕਹੀਏ ਕਿ ਰੂਟੀਨ ਮੀਟਿੰਗ ਤੇ ਨਹੀਂ, ਮੁਲਾਕਾਤ ਨਹੀਂ ਅਸੀਂ ਕਰ ਰਹੇ, ਕਿਉਂਕਿ ਫਿਲਹਾਲ ਜਿਹੜਾ ਸਾਡਾ ਮੇਨ ਫੋਕਸ ਆ ਉਹ ਹੈਗਾ ਆ ਕਿ ਇਸ ਅੰਦੋਲਨ ਨੂੰ ਇਹਦੇ ਉੱਤੇ ਆਪਾਂ ਜ਼ਿਆਦਾ ਫੋਕਸ ਰੱਖੀਏ, ਇਹਨੂੰ ਕਾਇਮ ਕਰੀਏ, ਇਹਨੂੰ ਵੱਡਾ ਕਰੀਏ। ਹੋਰ ਇਹਦੇ ਵਿੱਚ ਵੱਖ-ਵੱਖ ਵਰਗ ਸ਼ਾਮਲ ਹੋ ਰਹੇ ਆ, ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਦਾ ਹਿੱਸਾ ਨਹੀਂ ਵੀ ਸੀਗੀਆਂ ਹੈਗੀਆਂ 16 ਵਾਲੇ ਦਾ ਜਿਨ੍ਹਾਂ ਨੇ ਐਲਾਨ ਕੀਤਾ ਸੀ, ਉਹ ਵੀ ਜਥੇਬੰਦੀਆਂ ਸਾਡੇ ਸਾਨੂੰ ਇਹਦੇ ਸਪੋਰਟ ਦੇ ਵਿੱਚ ਆਣ ਕੇ ਸ਼ਮੂਲੀਅਤ ਕਰਕੇ ਜਾ ਰਹੀਆਂ। ਬਾਕੀ ਜਿਹੜੀ ਗੱਲ ਤੁਸੀਂ ਮੀਟਿੰਗ ਦੀ ਕੀਤੀ ਆ, ਇਹ ਸਾਡੀ ਰੂਟੀਨ ਹੁੰਦੀ ਹੈ ਜੀ ਆਪਣੀ ਜਥੇਬੰਦੀ ਦੀ। ਇਹ ਲਗਭਗ ਕੋਈ ਦਿਨ ਦੇ ਵਿੱਚ 3 ਤੋਂ 4 ਮੀਟਿੰਗਾਂ ਸਾਡੀਆਂ ਤੇ ਲੋਕਲ ਜਿਹੜੇ ਸਾਡੀ ਆਗੂ ਲੀਡਰਸ਼ਿਪ ਹੈ ਜਿਹੜੀ ਜ਼ੋਨ ਪੱਧਰੀ ਆਗੂ ਨੇ, ਇੱਕ ਜ਼ੋਨ ਦੇ ਵਿੱਚ ਜਿਵੇਂ 20-25 ਪਿੰਡ ਆਉਂਦੇ ਆ, ਇਹ ਸਾਡੇ ਅੰਮ੍ਰਿਤਸਰ ਦੇ 19 ਦੇ ਲਗਭਗ ਜ਼ੋਨ ਆ, ਤੇ ਇਸੇ ਤਰੀਕੇ ਨਾਲ ਉਹਨਾਂ ਨੂੰ ਇਨਸਟਰਕਸ਼ਨਸ ਦੇਣੀਆਂ ਵਾ, ਡਿਊਟੀਆਂ ਵੰਡਣੀਆਂ ਵਾ, ਵਲੰਟੀਅਰ ਡਿਊਟੀਆਂ, ਲੰਗਰ ਦੀਆਂ ਡਿਊਟੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣ ਸਕਦੇ ਆ, ਕਿ ਅਸੀਂ ਕੀ ਕਰਨਾ ਉਹਨਾਂ ਹਾਲਾਤਾਂ ਦੇ ਵਿੱਚ। ਇਹ ਸਾਰੀ ਜਿਹੜੀ ਆ ਦਿਨ ਦੇ ਵਿੱਚ 3-4 ਵਾਰ ਆਗੂਆਂ ਨੂੰ, ਜਿਹੜੇ ਸੂਬਾ ਆਗੂ, ਜ਼ਿਲ੍ਹਾ ਆਗੂ ਆ, ਉਹ ਡਿਟੇਲ ਕਰਦੇ ਆ। ਉਹ ਸਾਰੀ ਇਹ ਚੀਜ਼ ਆ, ਇਹਦੇ ਨਾਲ ਕੋਈ ਸਰਕਾਰ ਦੇ ਨਾਲ ਸਾਡੀ ਗੱਲਬਾਤ ਜੋ ਚੱਲ ਰਹੀ ਆ ਇਹਦੇ ਵਿੱਚ ਕੋਈ ਐਡਾ ਉਹ ਨਹੀਂ ਹੁੰਦਾ। ਇਹ ਲੋਕਲ ਮੀਟਿੰਗ ਹੈ ਸਾਡੀ। ਲੋਕਲ ਪ੍ਰਸ਼ਾਸਨ ਹੁਣ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਮੀਟਿੰਗ ਦਾ ਸਮਾਂ ਦੱਸਿਆ ਹੋਇਆ ਉਹਨਾਂ ਨੇ ਕਿ ਮਿਲੋ ਇੱਕ ਵਾਰੀ ਆ ਕੇ ਜਾਂ ਸਹਿਮਤੀ ਬਣਾਈ ਜਾਵੇ ਕਿਸੇ ਕੰਮ ਨੂੰ ਲੈ ਕੇ? ਨਹੀਂ, ਲੋਕਲ ਪ੍ਰਸ਼ਾਸਨ ਦਾ ਇਵੇਂ ਆ ਕਿ ਆਪਣੇ ਐਸਐਸਪੀ ਅੰਮ੍ਰਿਤਸਰ ਨੇ, ਉਹਨਾਂ ਦੇ ਨਾਲ ਐਸਪੀ ਨੇ 3-4, ਉਹਨਾਂ ਦੇ ਨਾਲ ਆਪਣਾ ਗੁਰਬਾਜ ਜੀ ਆਪਣੇ ਹੈਗੇ ਆ, ਆਪਣੇ ਕੀ ਨਾਮ ਹੈ ਉਹਨਾਂ ਦਾ, ਸੋਹਤਾ ਸਾਹਿਬ, ਜਗਰਾਜ ਜੀ, ਉਹ ਲਗਾਤਾਰ ਹੀ ਟੱਚ ਵਿੱਚ ਨੇ। ਉਧਰ ਐਸਐਸਪੀ ਆਪਣਾ ਤਰਨਤਾਰਨ,
ਆਈਜੀ ਭਾਰਗਵ, ਉਹ ਸਾਰਾ ਜਸਕਰਨ ਜੀ ਆ ਏਡੀਜੀਪੀ, ਉਹ ਟੱਚ ਵਿੱਚ ਕੱਲ ਚੈਨਲ ਚੱਲ ਰਿਹਾ ਨਾ, ਗੱਲਬਾਤ ਜੇ ਚੱਲ ਰਹੀ ਆ ਤੇ ਉਹ ਕਿਸੇ ਨਾ ਕਿਸੇ ਪ੍ਰਸ਼ਾਸਨ ਦੇ ਥਰੂ ਹੀ ਚੱਲਣੀ ਆ। ਅਸੀਂ ਸਿੱਧਾ ਸਰਕਾਰ ਨਾਲ, ਪੋਲੀਟੀਕਲ ਲੋਕਾਂ ਨਾਲ ਸਾਡਾ ਵਾਹ ਵਾਸਤਾ ਤੇ ਨਾ ਅਸੀਂ ਰੱਖਦੇ ਆ ਤੇ ਨਾ ਸਾਡਾ ਕੋਈ ਤਾਲਮੇਲ ਉਹਨਾਂ ਨਾਲ ਸਿੱਧਾ ਡਾਇਰੈਕਟ ਹੁੰਦਾ। ਇਹ ਪ੍ਰਸ਼ਾਸਨ ਹੀ ਇੱਕ ਚੈਨਲ ਆ ਜਿਹਦੇ ਥਰੂ ਅਸੀਂ ਆਪਣੀ ਗੱਲ, ਆਪਣੀ ਮੰਗ ਅੱਗੇ ਭੇਜਣੀ ਹੁੰਦੀ ਆ। ਉਹਨਾਂ ਵੱਲੋਂ ਕੀ ਆਊਟਪੁੱਟ ਦਿੰਦੇ ਆ ਉਹਨਾਂ ਨੇ ਫਿਰ ਆਣ ਕੇ ਸਾਨੂੰ ਦੱਸਣਾ। ਇਹ ਚੱਲਦਾ ਪਿਆ ਸਾਰਾ ਕੁਝ, ਪ੍ਰਸ਼ਾਸਨ ਜਿਹੜਾ ਵਾ ਉਹ ਕੋਆਪਰੇਸ਼ਨ ਚੱਲਦਾ ਪਿਆ। ਕਿਹਾ ਸੀ ਕਿ ਸੰਘਰਸ਼ ਤਿੱਖਾ ਹੋਊਗਾ, ਉਹ ਕਿਸ ਤਰੀਕੇ ਨਾਲ ਤਿੱਖੇ ਕਰਨ ਦੀ ਗੱਲ ਕੀਤੀ ਗਈ? ਹਾਂਜੀ, ਇਹ ਤਾਂ ਨਹੀਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿ ਤਰੀਕਾ ਕੀ ਸੀਗਾ ਸਾਡਾ, ਮਤਲਬ ਕਿ ਜੋ ਉਹਦੇ ਤੋਂ ਬਾਅਦ ਵਿੱਚ ਜਿਹੜੇ ਤਰੀਕੇ ਦੇ ਨਾਲ ਫਿਰ ਚੀਜ਼ਾਂ ਪ੍ਰੋਗਰੈਸ ਹੋਈ ਆ ਹਾਲਾਤਾਂ ਦੇ ਵਿੱਚ, ਜਿਵੇਂ ਆਗੂਆਂ ਨੂੰ ਛੱਡਣ ਦੇ ਵਿੱਚ ਸੀਗੀ ਬਹੁਤ ਢਿੱਲ-ਮੱਠ ਸੀਗੀ, ਉਹਦੇ ਵਿੱਚ ਉਹਨਾਂ ਦੀ ਪ੍ਰੋਸੈਸ ਜਦੋਂ ਉਹਨਾਂ ਨੇ ਤੇਜ਼ ਕੀਤੀ ਆ। ਫਿਰ ਕੱਲ ਉਸ ਤੋਂ ਬਾਅਦ ਵਿੱਚ ਐਸਐਸਪੀ ਅੰਮ੍ਰਿਤਸਰ, ਐਸਐਸਪੀ ਆਪਣਾ ਤਰਨਤਾਰਨ, ਉਹਨਾਂ ਦੇ ਨਾਲ ਜੁਆਇੰਟ ਮੀਟਿੰਗ ਹੋਈ ਆ। ਉਹਨਾਂ ਨੇ ਫਿਰ ਆਸ਼ਵਾਸਨ ਦਵਾਇਆ ਹੈ ਵੀ ਅਸੀਂ ਸਵੇਰ ਤੱਕ, ਕੱਲ ਦਿਨ ਦੇ ਵਿੱਚ ਸਾਰੇ ਆਗੂ ਤੁਹਾਡੇ ਜਿਹੜੇ ਉਹ ਰਿਲੀਜ਼ ਕਰ ਰਹੇ ਆ, ਤੇ ਉਸ ਤੋਂ ਬਾਅਦ ਵਿੱਚ ਅਸੀਂ ਉਹਦਾ ਫਿਰ ਐਕਸ਼ਨ ਆ ਉਸ ਅਸੀਂ ਉਹਨੂੰ ਫਿਲਹਾਲ ਹਰਮੀਤ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ। ਇਸ ਸਮੇਂ ਅੰਮ੍ਰਿਤਸਰ ਦੇ ਟੋਲ ਪਲਾਜ਼ਾ ਦੇ ਉੱਤੇ ਵੀ ਜਿਹੜੇ ਕਿਸਾਨ ਬੈਠੇ ਹੋਏ ਨੇ ਆਪਣੀਆਂ ਮੰਗਾਂ ਕੰਪਲੀਟ ਹੋਣ ਦੀ ਗੱਲ ਕਰ ਰਹੇ ਨੇ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਮੁਕੰਮਲ ਨਹੀਂ ਹੁੰਦੀਆਂ ਉਦੋਂ ਤੱਕ ਉਹ ਇਸ ਧਰਨੇ ਤੇ ਡਟੇ ਰਹਿਣਗੇ।